जी वाहिगुरु जी का खालसा वाहिगुरु जी की फतेह। सतनाम श्री वाहिगुरु साहिब जी। हऊँ गुर मिल एक पछाणदा, दूया का गल चित न जानदा। हर एक तय कार लायुन, जो भावै तिवै निभाए जियो। हऊँ गुर मिल एक पछाणदा, दोया का गल चित न जानदा। हर एक तय कार लायन, जो भावै तिवै निभाए जियो। वाहिगुरु। ये पवित्र बचन पंजवें पातशाह शहीदां दे सरताज सतगुरु श्री गुरु अर्जन देव महाराज जी दे उचारण कीते होए, जो आप जी ने सरवण कीते। सतगुरु पातशाह जी सिख नूं परमेश्वर नाल जोड़न दे अनेकां ढंग दसना करदे हन। तीसरा पदा आप जी ने सरवण कीता, जद गुरु ने किरपा कीती ते सिख दे अंदरों दूई दवैत दा खात्मा हो गया। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੁਣ ਕੈਸੀ ਅਵਸਥਾ ਬਣ ਗਈ ਮਨੁੱਖ ਦੇ ਅੰਦਰ ਕਿ ਜਦ ਮੈਂ ਗੁਰੂ ਦੇ ਨਾਲ ਮਿਲਣਾ ਕੀਤਾ, ਜਦੋਂ ਮੈਂ ਗੁਰੂ ਵਾਲਾ ਬਣਿਆ, ਗੁਰੂ ਦੇ ਲੜ ਲੱਗਿਆ, ਸੱਚ ਦੇ ਮਾਰਗ ਤੇ ਚੱਲਣਾ ਕੀਤਾ। ਜਿਵੇਂ ਪਿੱਛੇ ਪੜ੍ਹਿਆ ਸੀ, ਹਉ ਸਤ ਕਾ ਹਲ ਜੋ ਆਇਆ, ਮੈਂ ਸੱਤ ਦਾ ਹਲ ਜੋੜਿਆ, ਭਾਵ ਸੱਤ ਤੇ ਚੱਲਣਾ ਕੀਤਾ। ਪਰਮੇਸ਼ਰ ਦੇ ਨਾਮ ਨੂੰ ਬੀਜਣਾ ਕੀਤਾ, ਜਿਸ ਦਾ ਸਦਕਾ ਮੇਰੇ ਨਾਮ ਦੀ ਫਸਲ ਪੱਕ ਕੇ ਬੋਹ ਲੱਗ ਗਿਆ, ਭਾਵ ਬ੍ਰਹਮ ਗਿਆਨ ਹੋ ਗਿਆ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਜਿਸ ਵੇਲੇ ਇਹ ਫਸਲ ਮੇਰੇ ਘਰ ਵਿੱਚ ਆ ਗਈ, ਭਾਵ ਹਿਰਦੇ ਵਿੱਚ ਬ੍ਰਹਮ ਗਿਆਨ ਹੋ ਗਿਆ, ਹੁਣ ਮੈਨੂੰ ਕਿਸੇ ਦੂਸਰੀ ਗੱਲ ਦਾ ਪਤਾ ਹੀ ਨਹੀਂ। ਹਉ ਦੁਈਆ ਕਾ ਗੱਲ ਚਿੱਤ ਨ ਜਾਣਦਾ, ਮੈਨੂੰ ਦੁਵੈਤ ਦੀ ਗੱਲ ਨਹੀਂ ਆਉਂਦੀ। ਗੁਰੂ ਗੁਰੂ ਤੋਂ ਬਗੈਰ ਮੈਨੂੰ ਹੋਰ ਕੁਝ ਨਹੀਂ ਆਉਂਦਾ। ਹਉ ਗੁਰਮੁਲ ਇੱਕ ਪਛਾਣਦਾ, ਮੈਂ ਗੁਰੂ ਦੇ ਨਾਲ ਜੁੜ ਕਰਕੇ ਉਸ ਇੱਕ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਸਿਮਰ ਲਿਆ, ਜਾਣਨਾ ਕੀਤਾ। ਹੁਣ ਉਸੇ ਨੂੰ ਹੀ ਜਪਦਾ ਹਾਂ। ਦੂਸਰਾ ਕੁਝ ਵੀ ਖਿਆਲ, ਕੁਝ ਫੁਰਨਾ, ਕੋਈ ਗੱਲ ਮੇਰੇ ਚਿੱਤ ਵਿੱਚ ਆਉਂਦੀ ਹੀ ਨਹੀਂ। ਹਉ ਦੁਈਆ ਕਾ ਗੱਲ ਚਿੱਤ ਨ ਜਾਣਦਾ, ਹਰ ਇੱਕ ਤੈ ਕਾਰੇ ਲਾਇਉਨ। ਪਰਮੇਸ਼ਰ ਨੇ, ਸਤਿਗੁਰ ਨੇ ਮੈਨੂੰ ਇੱਕੋ ਹੀ ਕੰਮ ਦੱਸਿਆ, ਪਰਮੇਸ਼ਰ ਦੀ ਯਾਦ, ਪਰਮੇਸ਼ਰ ਦਾ ਸਿਮਰਨ। ਹੁਣ ਮੇਰਾ ਧਿਆਨ ਇਸੇ ਹੀ ਕੰਮ ਵਿੱਚ ਲੱਗਿਆ ਰਹਿੰਦਾ ਹੈ। ਹਰ ਇੱਕ ਤੈ ਕਾਰੇ ਲਾਇਉਨ, ਜੋ ਭਾਵੈ ਤਿਵੈ ਨਿਭਾਏ ਜਿਉ। ਹੁਣ ਗੁਰੂ ਕਿਰਪਾ ਕਰੇਗਾ, ਮੇਰੇ ਜ਼ਿੰਦਗੀ ਨੂੰ ਆਪ ਹੀ ਨਿਭਾਵੇਗਾ। ਰੋਜ਼ ਅਰਦਾਸ ਕਰਦੇ ਹਾਂ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਤੇ ਜੇ ਸਿੱਖ ਗੁਰਮਤਿ ਅਨੁਸਾਰ ਚੱਲਦਾ ਹੈ ਤੇ ਗੁਰੂ ਵੀ ਕਿਰਪਾ ਕਰਕੇ ਸਿੱਖ ਨੂੰ ਆਪਣੇ ਨਾਲ ਜੋੜ ਕੇ ਰੱਖਦਾ ਹੈ।
ਜੋ ਭਾਵੈ ਤਿਮੈ ਨਿਭਾਹੇ ਜੀਓ। ਗੁਰੂ ਕਿਰਪਾ ਕਰਕੇ ਨਿਭਾਵੇਗਾ, ਜਿਵੇਂ ਉਹਨੂੰ ਚੰਗਾ ਲੱਗੇ ਉਵੇਂ ਰੱਖੇਗਾ। ਸਤਿਗੁਰੂ ਪਾਤਸ਼ਾਹ ਜੀ ਜਿਸ ਤਰ੍ਹਾਂ ਬਚਨ ਕਰਦੇ ਹਨ, ਤੁਸੀਂ ਭੋਗੇ ਹੋ ਭੁੰਚੋ ਭਾਈਓ। ਜਦੋਂ ਖੁਦ ਨੂੰ ਗਿਆਨ ਹੋਇਆ, ਖੁਦ ਨੂੰ ਆਨੰਦ ਆਇਆ, ਸਵਾਦ ਆਇਆ, ਤੇ ਦੂਸਰਿਆਂ ਨੂੰ ਵੀ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਫਿਰ ਸਿੱਖ। ਜੋ ਆਪ ਪ੍ਰਾਪਤੀ ਕੀਤੀ ਹੈ, ਇਹ ਪ੍ਰਾਪਤੀ ਸਾਰਿਆਂ ਨੂੰ ਹੋ ਜਾਵੇ, ਇਹ ਲਗਭਗ ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਖਿਆਲ ਆਉਂਦਾ। ਇਸੇ ਖਿਆਲ ਦਾ ਕਰਕੇ ਬਹੁਤ ਸਾਰੀਆਂ ਰੱਬ ਨਾਲ ਜੁੜੀਆਂ ਰੂਹਾਂ ਘਰ ਨੂੰ ਤਿਆਗ ਕੇ ਨਿਕਲ ਜਾਂਦੀਆਂ, ਤਾਂ ਕਿ ਜਿਹੜਾ ਲਾਹਾ ਜ਼ਿੰਦਗੀ ਦਾ ਮੈਂ ਖੱਟਿਆ ਉਹ ਸਾਰੀ ਦੁਨੀਆ ਖੱਟ ਸਕੇ। ਧੰਨ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਲਾਈਆਂ। ਭਗਤਾਂ ਨੇ ਵੀ ਜਗ੍ਹਾ ਜਗ੍ਹਾ ਜਾ ਕੇ ਸਿੱਖੀ ਦਾ, ਪਰਮੇਸ਼ਰ ਦੇ ਨਾਮ ਦਾ ਪ੍ਰਚਾਰ ਕੀਤਾ। ਤਾਂ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ, ਹੁਣ ਮੈਨੂੰ ਸੋਝੀ ਹੋ ਗਈ, ਮੈਨੂੰ ਗਿਆਨ ਹੋ ਗਿਆ, ਮੈਂ ਚਾਹੁੰਦਾ ਕਿ ਇਹਦਾ ਲਾਹਾ ਸਾਰੇ ਖੱਟਣ। ਤੁਸੀਂ ਭੋਗੇ ਹੋ ਭੁੰਚੋ ਭਾਈਓ, ਆਓ ਗੁਰੂ ਪਿਆਰਿਓ। ਤੁਸੀਂ ਵੀ ਇਸ ਬ੍ਰਹਮਾ ਆਨੰਦ ਨੂੰ ਧਾਰਨ ਕਰੋ, ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰੋ ਅਤੇ ਹੋਰਨਾਂ ਨੂੰ ਵੀ ਕਰਵਾਓ। ਆਪ ਸਰਵਣ ਕਰੋ ਤੇ ਹੋਰਨਾਂ ਨੂੰ ਵੀ ਸੁਣਾਓ। ਇਹ ਗੱਲ ਗੁਰੂ ਨੂੰ ਬੜੀ ਚੰਗੀ ਲੱਗਦੀ ਹੈ। ਆਪ ਜਪੈ ਅਵਰੈ ਨਾਮ ਜਪਾਵੈ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਉਹ ਗੁਰੂ ਨੂੰ ਬੜਾ ਚੰਗਾ ਲੱਗਦਾ ਜਿਹੜਾ ਆਪ ਜਪਦਾ ਤੇ ਹੋਰਨਾਂ ਨੂੰ ਜਪਾਉਂਦਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਆਓ ਤੁਸੀਂ ਵੀ ਇਸ ਕੰਮ ਨੂੰ ਕਰਨਾ ਕਰੋ। ਤੁਸੀਂ ਭੋਗੇ ਹੋ ਭੁੰਚੋ ਭਾਈਓ, ਗੁਰ ਦੀਵਾਨ ਕਵਾਏ ਪਹਿਨਾਈਓ। ਕਵਾਏ ਹੁੰਦਾ ਹੈ ਓਵਰਕੋਟ, ਪੁਸ਼ਾਕ। ਕਹਿੰਦੇ ਆਓ ਤੁਸੀਂ ਵੀ ਬ੍ਰਹਮ ਗਿਆਨ ਦਾ ਜਿਹੜਾ ਹੈ, ਗੁਰੂ ਦੀ ਸਤਸੰਗ ਰੂਪੀ ਬ੍ਰਹਮ ਗਿਆਨ ਦਾ ਓਟ ਆਸਰਾ ਲਓ। ਕਵਾਏ ਰਾਜੇ ਲੋਕ ਪਾਉਂਦੇ ਆ, ਲੰਮੇ ਕੋਟ, ਪੁਸ਼ਾਕ। ਜਿਸ ਤਰ੍ਹਾਂ ਇੱਕ ਬਚਨ ਹੈ, ਭਗਤ ਜਨਾ ਕਾ ਲੂਗਰਾ ਓਢ ਨਗਰ ਨ ਹੋਈ, ਸਾਖਤ ਸਿਰ ਪਉ ਰੇਸ਼ਮੀ ਪਹਿਰਤ ਪਤ ਖੋਈ। ਸਾਖਤਾਂ ਦੇ ਰੇਸ਼ਮੀ ਕੱਪੜੇ ਵੀ ਉਹਨਾਂ ਨੂੰ ਸੁੱਖ ਨਹੀਂ ਦੇਣਗੇ। ਨਾਮ ਜਪਣ ਵਾਲਿਆਂ ਦਾ ਲੂਗਰਾ ਕਹਿੰਦੇ ਆ ਕੰਬਲ ਨੂੰ ਜਾਂ ਸਰੋਪੇ ਨੂੰ। ਭਗਤ ਜਨਾਂ ਦਾ ਉਹ ਚਾਦਰ, ਉਹ ਸਰੋਪਾ, ਉਹ ਕੰਬਲ ਵੀ ਸੁੱਖ ਦੇਣ ਵਾਲਾ ਹੈ, ਪਰ ਰਾਜਿਆਂ ਦੀਆਂ ਪੁਸ਼ਾਕਾਂ ਵੀ ਕਿਸੇ ਕੰਮ ਦੀਆਂ ਨਹੀਂ। ਤੇ ਇੱਥੇ ਮਕਸਦ ਹੈ ਸਤਿਗੁਰਾਂ ਦਾ ਸਤਸੰਗ ਤੋਂ। ਜਦੋਂ ਅਸੀਂ ਸਤਸੰਗ ਦਾ ਆਸਰਾ ਲੈਂਦੇ ਹਾਂ, ਸਤਸੰਗ ਨਾਲ ਜੁੜਦੇ ਹਾਂ, ਤਾਂ ਫਿਰ ਸਾਨੂੰ ਇੱਕ ਸਹਾਰਾ ਮਿਲਦਾ। ਗੁਰ ਦੀਵਾਨ ਕਵਾਏ ਪਹਿਨਾਈਓ, ਨਾਮ ਰੂਪੀ ਪੁਸ਼ਾਕ ਪਹਿਨਣਾ ਕੀਤੀ। ਨਾਮ ਦੀ ਪੁਸ਼ਾਕ, ਪ੍ਰੇਮ ਪਟੋਲਾ ਤੈਸੈ ਦਿੱਤਾ, ਢੱਕਣ ਕੂ ਪਤ ਮੇਰੀ। ਜਿਹੜਾ ਸਤਿਗੁਰ ਨੇ ਸਾਨੂੰ ਪਰਮੇਸ਼ਰ ਦਾ ਪ੍ਰੇਮ ਬਖਸ਼ਿਆ, ਇਹ ਪਰਮੇਸ਼ਰ ਦਾ ਪ੍ਰੇਮ ਹੀ ਸਾਡੀ ਇੱਥੇ ਤੇ ਉੱਥੇ ਦੋਹਾਂ ਜਹਾਨਾਂ ਵਿੱਚ ਇੱਜ਼ਤ ਰੱਖਣ ਵਾਲਾ ਹੈ। ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਤੂੰ ਬੜਾ ਸਿਆਣਾ ਹੈ, ਦਾਨਾ ਹੈ, ਬੀਨਾ ਹੈ, ਮੈਂ ਤੇਰੀ ਪੂਰੀ ਸਾਰਤਾ ਨਹੀਂ ਜਾਣ ਸਕਦਾ, ਪਰ ਇੰਨਾ ਪਤਾ ਹੈ ਕਿ ਤੈਂਡੈ ਸਿਮਰਨ ਹਬ ਕਿਛ ਲਦਮ। ਤੇਰਾ ਸਿਮਰਨ ਕਰਿਆ ਸਭ ਕੁਝ ਮਿਲਦਾ। ਬਿਖਮ ਨਾ ਡਿਠਮ ਕੋਈ, ਤੇ ਜ਼ਿੰਦਗੀ ਵਿੱਚ ਔਖੇ ਸਮੇਂ ਨਹੀਂ ਆਉਂਦੇ।
दुखां तो तू बचा लैना, बिखम न डिठम कोई, जिस पत रखे सच्चा साहिब नानक, मेट न सकै कोई। उन्हां नूं दुनिया की ताकत नहीं मिटा सकती, जिन्हां दा इज्जत जिन्हां दा राखा गुरु बन जावे। हर दीवान कवाए पहनाइयो, गुरु ने ब्रह्म ज्ञान रूपी पोशाक देनी कीती आत्मा नूं। हुण इसदा टेढ़ियां जूणा विच जाना बच गया, भटकना खत्म हो गई। ते जिन्हां नूं इह मिली, पातशाह कहंदे जिन्हां नूं इह पोशाक मिली, भाव गुरु दा जस मिलिया, वडियाई मिली, समा जिन्हां नूं सेवा सिमन गुरु ने बख्शिया, आपे सेवा लाईन आपे बख्श करे। सबना का माँ प्यो आप है, आपे सार करे। वो परिपूर्ण परमेश्वर परमात्मा जो है, सब दा सार लैन वाला, खबर लैन वाला वो आप है। इस करके सतगुरु पातशाह जी बख्शिश करते हैं, हाँ होआ माहर पिंड दा। माहर की है? पिंड दा मुखी। जिवें कोई पिंड दा मुखी हुंदा है, हुण मैं अपने शरीर नूं जान लिया। माहर हुंदा भेती, मैं अपने शरीर दा भेती बन गया हाँ, मैनू शरीर बारे जानकारी हो गई है। हाँ होआ माहर पिंड दा, बाने आंदे पंज शरीक जीओ, मैनू भेत आ गया है। जिहड़े पंज विकार मेरे शरीक बने हुए सी। शरीक की हुंदा है? बराबर का हक रखण वाला। पर इत्थे साडा शरीर मिलिया तो जीवात्मा नूं है, ते इत्ते कब्जा कर रहे हैं पंज विकार। कई मनुखां नूं तां पता ही नहीं कि मेरे शरीर नूं मैं वरतदा जां कोई होर वरत रहा। जिवें कहावत है, दूजे दे मोढे ते रख के बंदूक चलाउणी, भाव दूजे नूं वरतना। इसे तरह ही मनुखा जामा मिलिया तो सीगा जीव आत्मा नूं वरतन वास्ते, नाम जपण वास्ते। पर इस मनुखा जामे नूं वरत रहे ने पंज शरीक। शरीक बन के बैठे आ बराबर ने। इन्हां शरीकां ने मैथों मेरा ये शरीर खोह लिया। जिवें कबीर साहब भी इस गल नूं इहो कहंदे ने कि मैथों मेरा किला इन्हां पंजां विकारां ने खोह लिया, हुण इन्हां तो वापस किवें लवां। क्यों लीजै गढ़ बंका भाई, दोवर कोट अर तेवर खाई। ये बंका मतलब सुंदर शरीर रूपी किला मैथों इन्हां पंजां विकारां ने खोलिया, हुण इन्हां तो वापस किवें लवां। क्यों लीजै गढ़ बंका भाई, दोवर कोट अर तेवर खाई। पांच पचीसक मोहबंद मत्सर, आडी परमल माया। जिवें वो रावण ने ना अपनी लंका के दुआले दरिया छड्डिया होया सीगा, ताकि कोई दुश्मन अंदर ना वड़ सके जल्दी। तो उस तरह ही ये शरीर के दुआले भी इन्हां काल के पैरोकारां ने दो कंधां ते तीन खालियां बना दित्तियां। काम, लोभ ते मोह, ये तीन दरिया, तीन खालियां। हंकार ते क्रोध दियां दो कंधां विचाले। और उस तो अगे फौज खड़ा दिती है। पांच पचीसक, पंजां दियां 25 प्रकृतियां। मोह मद माया, मोह मद मत्सर, ईरखा धोई दवैर चुगली निंदिया साड़ा। ये फौज बिंगी टेढ़ी करके चक्रव्यूह बनाता मेरे शरीर के आसे पासे। मैनू बाहर कढ़ता, हुण मैनू विच वड़ नहीं दिंदे। क्यों लीजै गढ़ बंका भाई, मैथों किला खोह लिया। आडी परमल माया, जन गरीब को जोर न पहुंचे, कहाँ करो रघुराया। जब गुरु नूं पुछया भी मैं हुण की करा, ते गुरु कहना, 'तू अपने आप नूं समझ, अपने आप नूं जान, अपने आप नूं वरत, अपने आप नूं वरत। 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 अपने आप नूं वरत, अप
इदां कर ਇਹਦੇ ਉੱਤੋਂ ਦੀ ਗੋਲਾ ਮਾਰ, ਜਿਵੇਂ ਤਾਹਾਂ ਜਹਾਜ਼ ਲਿਜਾ ਕੇ ਕਿਲੇ ਦੇ ਵਿੱਚ ਕੋਈ ਗੋਲਾ ਸਿੱਟੇ। ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਹਵਾ ਦੇ ਵਿੱਚੋਂ ਭਾਵ ਸੁਰਤ ਦੇ ਰਾਹੀਂ ਇਹਦੇ ਅੰਦਰ ਗਿਆਨ ਭੇਜ ਤਾਂ ਤੇ ਅਗਿਆਨਤਾ ਖਤਮ ਹੋ ਜਾਵੇ। ਕਹਿੰਦੇ ਜਦੋਂ ਇਸ ਦੇ ਅੰਦਰ ਤੋਂ ਗੁਰੂ ਦੀ ਕਿਰਪਾ ਲੈ ਕੇ ਸੁਰਤ ਦੇ ਰਾਹੀਂ ਸ਼ਬਦ ਰੂਪੀ ਗਿਆਨ ਦੇ ਗੋਲੇ ਮਾਰੇਗਾ ਤਾਂ ਇਹ ਫੌਜ ਖਤਮ ਹੋ ਜਾਣੀ ਹੈ। ਪ੍ਰੇਮ ਪਲੀਤਾ, ਪ੍ਰੇਮ ਦੀ ਬੱਤੀ ਲਾ ਕੇ ਵਾਹਿਗੁਰੂ 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 ਇਹ ਗੋਲੇ ਆ। ਪ੍ਰੇਮ ਦੇ ਨਾਲ ਗੁਰਮੰਤਰ ਦਾ ਜਾਪ ਕਰਨਾ, ਇਹ ਗੋਲੇ ਮਾਰੇ ਦੇ ਵਿੱਚ। ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਕਹਿੰਦੇ ਇਹਨੇ ਤਾਂ ਇੱਕ ਚੋਟ ਨਹੀਂ ਝੱਲਣੀ। ਉੱਠ ਬੰਝੋ ਕਿਲ ਵੇਖੋ ਕਰਤਾ ਘਰੇ ਆਇਆ। ਜਦੋਂ ਇਹ ਨਾਮ ਜਪਿਆ ਤੇ ਇਹਨਾਂ ਵਿਕਾਰਾਂ ਨੂੰ ਭੱਜਣਾ ਪੈਣਾ, ਖਤਮ ਹੋ ਜਾਣਾ ਇਹਨਾਂ ਨੇ। ਉਸੇ ਤਰ੍ਹਾਂ ਹੀ ਇੱਥੇ ਬਾਬਾ ਜੀ ਕਹਿੰਦੇ ਹਉ ਹੋਆ ਮਾਹਰ ਪਿੰਡ ਦਾ, ਮੈਨੂੰ ਪਿੰਡ ਦਾ ਭੇਤ ਆ ਗਿਆ ਹੁਣ ਵੀ ਮੇਰੇ ਪਿੰਡੇ ਵਿੱਚ ਕਿਸੇ ਹੋਰ ਦਾ ਵਾਸਾ ਹੋ ਗਿਆ। ਕਈ ਵਾਰੀ ਕੋਈ ਕਮਲ ਜਿਹਾ ਮਾਰਨ ਲੱਗ ਜਾਂਦਾ, ਅਸੀਂ ਕਹਿੰਦੇ ਇਹ 'ਚ ਕੋਈ ਭੂਤ ਵੜ ਗਿਆ ਯਾਰ, ਕੋ ਸਤਨਾਮ ਸੀ। ਇਹਦੇ ਸਰੀਰ ਦੇ ਉੱਤੇ ਕਿਸੇ ਭੂਤ ਦਾ ਕਬਜ਼ਾ ਹੋ ਗਿਆ। ਅਸਲ ਵਿੱਚ ਉਹ ਭੂਤ ਜਿਹੜੇ ਆ ਵਿਕਾਰ ਹੀ ਹਨ। ਜੇ ਘਰ ਸਾਧ ਨ ਸੇਵੀਐ ਹਰ ਕੀ ਪੂਜਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਵਸੈ ਤਿਨ ਮਾਹੇ। ਜਿਨ੍ਹਾਂ ਘਰਾਂ ਦੇ ਵਿੱਚ ਪਰਮੇਸ਼ਰ ਨੂੰ ਸਿਮਰਿਆ ਨਹੀਂ ਜਾਂਦਾ, ਸਾਧੂਆਂ ਦੀ ਸੰਗਤ ਨਹੀਂ ਕੀਤੀ ਜਾਂਦੀ, ਉਹਨਾਂ ਘਰਾਂ ਦੇ ਵਿੱਚ ਭੂਤ ਵਸਦੇ ਆ। ਉਹ ਘਰ ਸ਼ਮਸ਼ਾਨ ਘਾਟ ਵਰਗੇ ਆ। ਕੋ ਸਤਨਾਮ ਸ੍ਰੀ। ਉਹਨਾਂ ਘਰਾਂ ਵਿੱਚ ਰਹਿਣ ਵਾਲੇ ਭੂਤ ਆ, ਕਿਉਂਕਿ ਸ਼ਰਾਬਾਂ ਚੱਲਦੀਆਂ, ਨਸ਼ੇ ਚੱਲਦੇ, ਮਾਸ ਮਿੱਟੀ ਚੱਲਦੀ ਆ। ਉਹਨਾਂ ਘਰਾਂ ਵਿੱਚ ਭੂਤ ਵਸਦੇ ਆ ਤੇ ਉਹ ਘਰ ਸ਼ਮਸ਼ਾਨ ਘਾਟ ਵਰਗੇ ਸਮਝੋ। ਤੇ ਘਰ ਤੋਂ ਕੇਵਲ ਇੱਟਾਂ ਦੀ ਬਿਲਡਿੰਗ ਦੀ ਗੱਲ ਨਹੀਂ, ਘਰ ਤੋਂ ਮਤਲਬ ਸਾਡਾ ਬਾਡੀ, ਸਾਡਾ ਸਰੀਰ ਵੀ ਹੈ। ਜਿਹੜੇ ਸਰੀਰ ਵਿੱਚ ਨਸ਼ੇ ਛਿੱਟੇ ਜਾ ਰਹੇ ਆ, ਸ਼ਰਾਬਾਂ ਪਾਈਆਂ ਜਾ ਰਹੀਆਂ, ਵਿਸ਼ੇ ਵਿਕਾਰ ਭੋਗੇ ਜਾ ਰਹੇ ਆ, ਉਹ ਸਰੀਰ ਵੀ ਭੂਤਾਂ ਦਾ ਬਾੜਾ ਹੀ ਬਣ ਜਾਂਦਾ ਹੈ। ਕੋ ਸਤਨਾਮ ਸ੍ਰੀ। ਭੂਤਾਂ ਦਾ ਘਰ ਬਣ ਜਾਂਦਾ। ਇਸ ਕਰਕੇ ਜਦੋਂ ਮੈਨੂੰ ਸਮਝ ਆਈ ਨਾ ਮੇਰੇ ਸਰੀਰ ਦੀ ਕਿ ਮੇਰਾ ਸਰੀਰ ਮੇਰਾ ਹੈ ਤੇ ਇਹਦੇ ਉੱਤੇ ਕਬਜ਼ਾ ਕਿਸੇ ਹੋਰ ਦਾ ਹੈ, ਤਾਂ ਮੈਂ ਗੁਰੂ ਦੀ ਕਿਰਪਾ ਲਈ। ਹਉ ਹੋਆ ਮਾਹਰ ਪਿੰਡ ਦਾ ਬਨ ਆਂਦੇ ਪੰਜ ਸਰੀਕ ਜੀਓ। ਗੁਰੂ ਦੀ ਕਿਰਪਾ ਲੈ ਕੇ ਮੈਂ ਇਹਨਾਂ ਪੰਜਾਂ ਸਰੀਕਾਂ ਨੂੰ ਬੰਨ੍ਹ ਲਿਆ, ਜਿਹੜੇ ਕਿ ਮੈਨੂੰ ਦੁੱਖ ਦਿੰਦੇ ਸੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ, ਇਹਨਾਂ ਨੂੰ ਮੈਂ ਬ੍ਰਹਮ ਬੰਨ੍ਹ ਲਿਆ। ਕਾਹਦੇ ਨਾਲ? ਹਉ ਆਇਆ ਸਾਮੈ ਤੇ ਹੰਡੀਆ। ਗੁਰੂ ਦੀ ਸ਼ਰਨ ਲੈ ਕੇ। ਸਾਮੈ ਹੁੰਦਾ ਸ਼ਰਨ। ਜਦੋਂ ਮੈਂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ, ਇਹ ਜਿਹੜੇ ਮੇਰੇ ਮਜ਼ਦੂਰ ਸਨ ਮਾਲਕ ਬਣ ਬੈਠੇ। ਇਹ ਪੰਜ ਕਰਮ ਇੰਦਰੀ, ਪੰਜ ਗਿਆਨ ਇੰਦਰੀ, ਮੈਂ ਇਹਨਾਂ ਤੋਂ ਕੰਮ ਲੈਂਦਾ ਸੀ। ਮੈਂ ਇਹਨਾਂ ਤੋਂ ਕੰਮ ਲੈਣਾ ਸੀ ਜਿਹੜਾ, ਉਹ ਨਹੀਂ ਲੈਣ ਦਿੱਤਾ ਮੈਨੂੰ। ਹੁਣ ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਤਰੀ ਹਰ ਬਿਨ ਅਵਲ ਦੇਖੋ ਕੋਈ। ਇਹ ਸਰਵਣੋ ਮੇਰਿਓ ਸੱਚ ਹੈ ਸੋਨੇ ਨੂੰ ਪਠਾਏ, ਸੱਚ ਹੈ ਸੋਨੇ ਨੂੰ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ ਇਹ ਰਸਨਾ ਧੂਆਂ ਰਸ ਰਾਚ ਰਹੀ। ਮਤਲਬ ਇਹ ਸੀ ਤਾਂ ਮੇਰੇ ਮਜ਼ਦੂਰ, ਪਰ ਹੁਣ ਇਹਨਾਂ ਨੂੰ ਵਰਤ ਕੋਈ ਹੋਰ ਰਿਹਾ। ਮੇਰੀ ਜੀਭ ਨੂੰ ਕੋਈ ਹੋਰ ਵਰਤਦਾ, ਕੰਨਾਂ ਨੂੰ ਕੋਈ ਹੋਰ ਵਰਤਦਾ, ਅੱਖਾਂ ਨੂੰ ਕੋਈ ਹੋਰ ਹੀ ਵਰਤੀ ਜਾਂਦਾ, ਮੈਨੂੰ ਵਰਤਣ ਨਹੀਂ ਦਿੰਦੇ। ਪੰਜ ਕਿਰਸਾਨ ਮੁਜੇਰੇ ਮਹਿੜਿਆ। ਜਿਹੜੇ ਮੇਰੇ ਮੁਜਾਰੇ ਭਾਵ ਮਜ਼ਦੂਰ ਸੀ, ਖੇਤੀਬਾੜੀ ਕਰਨ ਵਾਸਤੇ ਲਿਆਂਦੇ ਸੀ, ਉਹ ਮਾਲਕ ਬਣ ਬੈਠੇ ਘਰ ਦੇ। ਇਹ ਪੰਜੇ ਸੀ ਤਾਂ ਮੇਰੇ ਮਜ਼ਦੂਰ, ਮੇਰੇ ਅਧੀਨ ਰਹਿਣ ਵਾਲੇ। ਜਿਵੇਂ ਕੋਈ ਜ਼ਮੀਨ ਦਾ ਮਾਲਕ ਦਿਹਾੜੀਏ ਮਜ਼ਦੂਰ ਲੈ ਜਾਵੇ ਖੇਤ,
ਤੇ ਉਹ ਮਜ਼ਦੂਰ ਮਿਲ ਕਰਕੇ ਮਾਲਕ ਨੂੰ ਮਾਰ ਦੇਣ। ਉਹੀ ਹਾਲ ਸਾਡੇ ਸਰੀਰ ਦੇ ਅੰਦਰ ਹੋ ਰਿਹਾ ਹੈ। ਕੋ ਸਤਨਾਮ ਸਿੰਘ। ਆਪਾਂ ਸਰੀਰ ਦੇ ਮਾਲਕ ਹਾਂ ਤੇ ਆਪਾਂ ਨੂੰ ਸਰੀਰ ਚੋਂ ਬਾਹਰ ਕੱਢ ਦਿੱਤਾ। ਕਬੀਰ ਸਾਹਿਬ ਦਾ ਬਚਨ ਵੀ ਇਸੇ ਵਿਸ਼ੇ ਤੇ ਹੀ ਆ। ਆਪਾਂ ਨੇ ਸਰਵਣ ਕੀਤਾ। ਪੰਜ ਕਿਰਸਾਨ ਮਜੇਰੇ ਮਿਹੜਿਆ, ਜਿਨ੍ਹਾਂ ਨੇ ਮੈਨੂੰ ਕਮਾਈ ਕਰਕੇ ਨਫਾ ਦੇਣਾ ਸੀ, ਉਲਟਾ ਮੇਰਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ। ਇਹ ਜ਼ਮੀਨ ਦੇ ਮਾਲਕ ਹੀ ਬਣ ਬੈਠੇ, ਭਾਵ ਸਰੀਰ ਦੇ ਮਾਲਕ ਹੀ ਬਣ ਬੈਠੇ। ਇਹਨੂੰ ਕਾਮ ਵਰਤ ਰਿਹਾ ਹੈ, ਇਹਨੂੰ ਹੰਕਾਰ ਵਰਤ ਰਿਹਾ ਹੈ, ਕ੍ਰੋਧ ਵਰਤ ਰਿਹਾ ਹੈ, ਲੋਭ ਤੇ ਮੋਹ ਵਰਤ ਰਿਹਾ। ਜਿਵੇਂ ਆਪਾਂ ਤਨਖਾਹ ਲੈਂਦੇ ਹਾਂ ਮਹੀਨੇ ਬਾਅਦ ਤੇ ਲਿਜਾ ਕੇ ਬੱਚਿਆਂ ਦੇ ਮੋਹ ਵਿੱਚ ਬੱਚਿਆਂ ਨੂੰ ਖਵਾ ਦਿੰਦੇ ਹਾਂ। ਮਹੀਨਾ ਤਾਂ ਆਪਾਂ ਲਾਇਆ, ਤਨਖਾਹ ਲਈ, ਡਿਊਟੀ ਕੀਤੀ, ਤੇ ਉਹ ਜਿਹੜੀ ਆਮਦਨ ਹੋਈ ਉਹ ਖਾ ਗਿਆ ਕੋਈ ਹੋਰ। ਆਪਾਂ ਤਾਂ ਉਹ ਖਾ ਹੀ ਨਾ ਸਕੇ। ਆਪਾਂ ਤਾਂ ਕੰਜੂਸੀ ਬੜੀ ਕਰਦੇ ਹਾਂ, ਜੋੜਦੇ ਹਾਂ ਪੈਸੇ, ਪਰ ਖਾ ਗਏ ਉਹ ਬਾਲ ਬੱਚੇ, ਰਿਸ਼ਤੇਦਾਰ, ਸਾਕ ਸੰਬੰਧੀ। ਭਰਨ ਪੋਖਣ ਸੰਗ ਔਧ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਭਰਨਾ ਪੋਖਣਾ, ਇਕੱਠਾ ਕਰਨਾ ਤੇ ਖਵਾ ਦੇਣਾ, ਇਕੱਠਾ ਕਰਨਾ ਤੇ ਖਵਾ ਦੇਣਾ। ਸਾਰੀ ਜ਼ਿੰਦਗੀ ਇਸੇ ਵਿੱਚ ਹੀ ਲੰਘਾ ਦਿੱਤੀ ਬੰਦੇ ਨੇ। ਪਰਮੇਸ਼ਰ ਨੂੰ ਨਹੀਂ ਸਮਝਿਆ। ਇਸ ਕਰਕੇ ਜਿਹੜੇ ਮੇਰੇ ਮਾਲਕ, ਜਿਹੜੇ ਮੇਰੇ ਮਜ਼ਦੂਰ ਸੀ, ਉਹ ਮਾਲਕ ਬਣ ਬੈਠੇ। ਉਹ ਮੇਰੇ ਸਰੀਰ ਨੂੰ ਵਰਤਣ ਲੱਗੇ। ਜੇ ਜ਼ਮੀਨ ਦਾ ਮੈਂ ਮਾਲਕ ਸੀ, ਬਾਬਾ ਫਰੀਦ ਜੀ ਵੀ ਕਹਿੰਦੇ ਆ, ਭਲਿਆ ਆ 3.5 ਹੱਥ ਧਰਤੀ ਤੇਰੀ, ਇਹਨੂੰ ਸਾਂਭ ਲੈ। ਬਹੁਤੀਆਂ ਜ਼ਮੀਨਾਂ ਵਾਲਿਆ 3.5 ਹੱਥ ਧਰਤੀ ਤੇਰੀ। ਦੋ ਅਰਥ ਹੈ ਇਹਦੇ। ਇੱਕ ਤਾਂ ਉਹ ਧਰਤੀ ਜਿੱਥੇ ਸ਼ਮਸ਼ਾਨ ਘਾਟ ਵਿੱਚ ਸਾਡਾ ਸੰਸਕਾਰ ਹੋਣਾ, ਉੱਥੇ ਤਾਂ ਪਹਿਲਾਂ ਕਈਆਂ ਦਾ ਕਬਜ਼ਾ ਹੋਇਆ ਵੈ, ਕਈਆਂ ਦਾ ਸੰਸਕਾਰ ਕਰਤਾ। ਤੇ ਦੂਸਰਾ ਅਰਥ ਹੈ ਆਹ ਸਰੀਰ ਜਿਹੜਾ ਕਿ ਮੈਂ ਵਰਤ ਰਿਹਾ, ਇਹਨੂੰ ਕਿਸੇ ਹੋਰ ਨੇ ਨਹੀਂ ਵਰਤਿਆ। ਮੇਰੇ ਮਰਨ ਤੋਂ ਬਾਅਦ, ਇਹ ਚੋਂ ਛੱਡਣ ਤੋਂ ਬਾਅਦ ਇਹਨੂੰ ਕੋਈ ਹੋਰ ਨਹੀਂ ਵਰਤ ਸਕਦਾ। ਮਤਲਬ ਹੈ ਅਸਲ ਵਿੱਚ ਇਹ ਸਰੀਰ ਸਿਰ ਦੇ ਜੂੜੇ ਤੋਂ ਲੈ ਕੇ ਪੈਰਾਂ ਤੱਕ ਇਹ 3.5 ਹੱਥ ਜਾਂ 4.25 ਹੱਥ ਹੁੰਦਾ ਹੈ। ਘਣੀ ਤਾਂ 4.25। ਸਾਧੂਆਂ ਨੇ, ਭਗਤਾਂ ਨੇ ਇਹ ਕੱਢੇ ਹੋਏ ਆ, ਤਜਰਬੇ ਕੀਤੇ ਹੋਏ ਆ। ਇਹ ਸਾਡੀ ਸੀ, ਇਹਨੂੰ ਅਸੀਂ ਵਰਤਣਾ ਸੀ, ਪਰ ਇਹ ਸਾਡੀ ਧਰਤੀ ਵੀ ਕਿਸੇ ਹੋਰ ਨੇ ਖੋਲੀ। ਕੋ ਸਤਨਾਮ ਸੀ। ਅਸੀਂ ਤਾਂ ਭਟਕਦੇ ਫਿਰਦੇ ਹਾਂ, ਘਰੋਂ ਕੱਢਿਆ ਹੋਇਆ ਸਾਨੂੰ ਤਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮੇਰੀ ਜ਼ਮੀਨ ਸੀ। ਫਿਰ ਜ਼ਿਮੀਂਦਾਰ ਸਰਕਾਰ ਤੋਂ ਸ਼ਕਤੀ ਲੈ ਕੇ ਸਰਕਾਰ ਦੇ ਰਾਹੀਂ ਆਪਣੀ ਜ਼ਮੀਨ ਛਡਾਉਂਦਾ ਜੇ ਕੋਈ ਨੱਪ ਲੇ। ਤੇ ਅਸੀਂ ਕਿਹਨੂੰ ਕਹਿ ਕੇ ਛਡਾਈਏ ਬਈ? ਗੁਰੂ ਨੂੰ। ਹੋ ਆਇਆ ਸਮੇਂ ਤੇ ਹੰਡੀਆਂ, ਮੈਂ ਗੁਰੂ ਦੀ ਸ਼ਰਨ ਵਿੱਚ ਆਇਆ। ਉਹਨੂੰ ਬੇਨਤੀ ਕੀਤੀ, ਜੀ ਮੇਰਾ ਥਾਂ ਨੱਪ ਲਿਆ, ਮੇਰੇ ਘਰ ਤੇ ਕਬਜ਼ਾ ਕਿਸੇ ਹੋਰ ਦਾ ਕਰ ਹੋ ਗਿਆ, ਛਡਾ ਕੇ ਦਿਓ। ਤੇ ਗੁਰੂ ਨੇ ਕਿਰਪਾ ਕੀਤੀ, ਕਹਿੰਦੇ ਬੰਬ ਮਾਰ ਦੇ, ਗੋਲੇ ਮਾਰ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਜਦੋਂ ਗਿਆਨ ਦੇ ਗੋਲੇ ਚੱਲਣਗੇ ਇਹ ਆਪੇ ਮਰ ਜਾਣਗੇ। ਹੋ ਆਇਆ ਸਾਮੇ ਤੇ ਹੰਡੀਆ, 5 ਕਿਰਸਾਨ ਮਜੇਰੇ ਮਿਹੜਿਆ। ਜਿਹੜੇ ਮੇਰੇ ਮਜੇਰੇ ਮੇਰੇ ਘਰ ਨੂੰ ਲੱਪ ਕੇ ਬਹਿ ਗਏ ਸੀਗੇ, ਉਸ ਧਰਤੀ ਦਾ ਮਾਲਕ ਬਣੇ ਬੈਠੇ ਸੀ। ਤੇ ਗੁਰੂ ਨੇ ਕਿਰਪਾ ਕਰਕੇ ਮੇਰੇ ਅਧੀਨ ਕਰ ਦਿੱਤੇ, ਉਹਨਾਂ ਨੂੰ ਕੰਟਰੋਲ ਕਰ ਲਿਆ। ਹੋ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀਆ, ਦਿਓ ਬੈਠਾ ਵੇਖੈ ਆਪ ਜੀਓ। ਵਾਤ ਵੱਜਣ ਟਮਕ ਭੇਰੀਆਂ, ਮੱਲ ਲੱਥੇ ਲੈਂਦੇ ਫੇਰੀਆਂ। ਇਹ 5 ਮੱਲ ਮੇਰੇ 4 ਚੁਫੇਰੇ ਘੁੰਮ ਰਹੇ ਨੇ। ਕਦੇ ਮੋਹ ਹੋਰੀ ਆ ਗਏ, ਕਦੇ ਕ੍ਰੋਧ ਹੋਰੀ ਆ ਗਏ, ਕਦੇ ਹੰਕਾਰ ਹੋਰੀ ਆ ਗਏ। ਮੱਲ ਲੱਥੇ ਲੈਂਦੇ ਫੇਰੀਆਂ, ਬੰਦੇ 5 ਜਵਾਨ ਵੈ, ਗੁਰ ਥਾਪੀ ਦਿੱਤੀ ਕੰਡ ਜੀਓ। ਗੁਰੂ ਨੇ ਫਿਰ ਧਿਆਨ ਦਿੱਤਾ, ਥਾਪੀ ਦਿੱਤੀ, ਇਹਨਾਂ 5 ਨੂੰ ਬੰਨ੍ਹ ਲਿਆ। ਫਿਰ ਮੈਂ ਗੁਰੂ ਕਿਰਪਾ ਸਦਕਾ ਹੀ, ਪਹਿਲਾਂ ਸਾਨੂੰ ਆਪਣੇ ਸਰੀਰ ਦਾ ਭੇਤ ਹੀ ਨਹੀਂ ਆਉਂਦਾ ਵੀ ਇਹਨੂੰ ਵਰਤਦਾ ਕੌਣ ਹੈ। ਇਹਨੂੰ ਵਰਤ ਕੋਈ ਹੋਰ ਹੀ ਰਿਹਾ। ਕਦੇ ਕਾਮ ਵਰਤ ਗਿਆ, ਕਦੇ ਕ੍ਰੋਧ ਵਰਤ ਗਿਆ, ਕਦੇ ਮੋਹ ਵਰਤ ਗਿਆ, ਕਦੇ ਲੋਭ ਲਾਲਚ ਵਰਤ ਗਿਆ।
इस करके बाबा जी कहते हुण किरपा हुई जदों मैं गुरु शरण विच आया। पंज करसान मजेरे महडिया कन कोई कढ न हंगई। हंगना हुंदा कुसकना, कहते हुण तां कन नहीं चकदे, हुण कन नहीं चकदे। गुरु ने किरपा करती, कन कोई कढ न हंगई, हुण तां कुसकदे नहीं। गुरु ने जुगती दसदी मैनू जदों मैं गुरु की शरण विच आया, हुण नहीं कुसकदे। नानक बुठा घुग गिराओ जियो, हुण इहदे विच गुस्सा रूपी क्रोध भी नहीं आउंदा, इहदे विच हंकार भी नहीं आउंदा, इहदे विच काम वासना भी खत्म हो गई, वो भी बिठा दिती है। लोभ लालच भी भजा दिता है, मोह भी कंट्रोल कर लिया है। मोह बदल के प्रेम बन गया। मोह हुंदा खूह दा डड्डू, प्रेम हुंदा वर्ड दे नाल। प्रेम तुहानू पशुओं नाल भी हो सकता है, पंछियों नाल भी हो सकता है, मनुखों नाल भी हो सकता है। मोह केवल अपने बच्चियां नाल हुंदा है। इस करके गुरु ने किरपा की। हुणे पंजे जिहड़े मैनू दबी फिरदे सीगे ना, गुरु ने कंट्रोल करते, हुण कन नहीं चकदे। और मेरा गिराओ बुठा घुग गिराओ जियो, हुण मेरा गिरां भा मेरा जिहड़ा घर सी ये मैं उन्हां तो खो लिया। हुण घुग वसदा है, घुग वसना मतलब सुखी वसना। हुण मेरे शरीर के अंदर जिहड़े विकारां दे दुख सीगे, जिहड़े मैनू पीड़दे सी, दुख दिंदे सी, बाबा होर खाना खुशी खुआर, जित खाधे तन पीड़ी है, मन में चले विकार। जीव स्वादां पिछे बहुता खांदी सी ना, तो शरीर नू दुख भी हुंदा सीगा। बाबा होर सौना सुखी सवार, बाबा होर सौना खुशी खुआर, जित खाधे तन पीड़ी है, मन में चले विकार। तो ये सारिया चीज़ां बाबा जी ने एक शब्द च रखियां श्री राग दे विच ही। धन गुरु पातशाह जी कहते सिखो, हुण गुरु ने किरपा की, हुण जिहड़े मेरे मजदूर सी हुण कन नहीं चकदे, हुण नहीं मैनू तंग करदे। कन कोई कढ न हंगी, मुठा घुग गिराओ जियो, हुण मेरा पिंड, ते पिंड तो भाव पिंडा शरीर, मुठा घुग गिराओ जियो, हों वारी घुमा जामदा। ते इस करके मैं बलिहारी जाना गुरु तो घूमना। आ प्रकरमा जिहड़ी करदे आ, ये बलिहारे जाना है। जो असीं प्रकरमा करते हैं, जिवें पतंगा जिहड़ा है दीवे ते प्रकरमा करता है, उन्होंने दीवे नाल बहुत प्यार है, वो फिर आके दीवे की लाट ते घूमदा है, ते घूमदा घूमदा इन्ना मस्त हो जाता है, ते लाट दे विच वजदा ते उत्थे फंग जे सड़ जाते आ। दीवे की लाट प्यार नहीं करती, पतंगा करता है। मच्छी पानी नाल प्यार करती है, पर पानी चल के मच्छी कोले नहीं जाता। पर गुरु ते सिख का प्यार इस ढंग का है, जे सिख प्यार करता तो गुरु भी संभालता है। को सतनाम श्री गुरु भी कृपा करके संभालता है। जिमें भाई बिधी चंद नूं भट्ठे विच बैठे नूं अग नहीं लगन देती, को सतनाम श्री सेक नहीं लगन देता। जदों गुरु याद सिख याद करता है तो गुरु भी उन्होंने याद करता है। ऐसा प्यार है। हो वारी घुमा जामदा, मैं बलिहारे जामा गुरु तो, एक साहा तुद ध्याएंदा, मैं हर साह साह नाल तैनू याद करा। एक साहा तुद ध्याएंदा, हे मालिक परमेश्वर मेरे शाह, तू ही मेरा प्यारा है। ते दूसरा अर्थ है, मैं सवास सवास नाल तैनू सिमरदा हाँ। क्यों? क्योंकि तू मेरा उजड़िया घर बसा दिता। क्योंकि मैं उजड़ गया सीगा। कई जन्म पे कीट पतंगा, कई जन्म गजमीन कुरंगा, कई जन्म पंखी सर्प होयो, कई जन्म हैवर वृक्ष जोयो। उजाड़ता सी इन्हां पंजां विकारां ने। मेरी जमीन खो लई सी, थे करता सी मेरे पिंड नूं, ते गुरु ने दोबारे बसाता। को सतनाम श्री
गल याद आई, धन धन श्री गुरु तेग बहादुर महाराज जी बकाला साहब तो चले, क्योंकि इत्थे भी शरीक सी उन्होंने। बकाला साहब दे विच धीरमल वर्गे शरीक बन के बह गए। इत्थों तक कि उन्होंने गोली भी चला दी नौवें पातशाह जी ते, जिहड़ी पग दे कोल दी हुंदी टप गई। और गुरु तेग बहादुर जी पातशाह के उत्ते गुरु नानक की कृपा सी, उन्होंने प्रचार करना सिੱਖੀ ਦਾ, इस करके उन्होंने इत्थे बकाला साहब कोई कब्जा नहीं किया, घर छड्डता अपना। ओह परिवार समेत इत्थों चले ते चले गए कीरतपुर साहब। या कीरतपुर साहब गए, उत्थे भी गुरु प्यारे सोढ़ी रहिंदे सन, गुरु घर दे कुछ बच्चे रहिंदे सन। बाबा गुरदित्ते दी अंस वंस उत्थे रहिंदी सी। सोचिया भी यार इत्थे भी नहीं गल बननी, इत्थे भी शरीक रहिंदे आ, कदे ना कदे जिन्ना नेड़े रहांगे उन्ना ही नुकसान भी हो सकदा। कोई इहो जिहा थां लभीए जिहड़ा अपना होवे, जिथे कोई शरीक ना होवे, अपना होवे, कोई आए आके कह ना सके भी ये साडा हिस्सा। सिखां नूं कहंदे कोई जमीन देखो आपां नवां नगर बसावांगे, जिहड़ा अपना होवे मुल खरीदांगे थां। ते गुरु तेग बहादुर जी ने भेजे सिंघां ने, सिखां ने लभना शुरू किया थां। ते लभदे लभदे कित्थे आए? माखोवाल। पहाड़ी इलाके दे विच जिहड़ी आनंदपुर साहब दा अस्थान है ना, इहदा नाम सी माखोवाल। पता किया भी ये जिहड़ा खाली आ थां पे है पहाड़ी किहदी आ, ते जिहड़े राजे दे कब्जे विच सीगी उस राजे दा पता किया, उन्हां नूं जाके मिलना किया भी सानू जिहड़ी वो जमीन दरिया के किनारे पई आ सतलुज दी वो लैनी है असीं। वो कहन लगे उहदा की करोगे? कहंदी असीं उत्थे पिंड वसा देंगे। कहंदे पिंड उत्थे वसदा नहीं, क्यों? क्योंकि उत्थे माखो नाम दा दैंत वसदा है। कहो सतनाम श्री। ते वो माखो जिहड़ा दैंत है वो किसी नूं इत्थे पिंड वसाउण नहीं दिंदा। वो सिखां ने आके दस्सिया भी आह गल है जी, गुरु पातशाह कहंदे इत्थे ही पिंड वसावांगे, फिर आपां माखो दैन दा भी भला करांगे, आपां इत्थे पिंड वसावांगे, मुल पुछो। दसदे आ उस वेले ये इलाका सतगुरां ने 25,000 चांदी दे रुपइयां दा लिया। कहो सतनाम श्री। वध घट भी हो सकता है। भाव गुरु साहब ने जगह मुल खरीदी है, बै लई है, आपदे नौ कराई, ताकि कोई शरीक आके बिच लत ना डावे। और उस तो बाद इत्थे घर पाने शुरू किए, वसों शुरू करती। जब घर पाने शुरू किए तो शामां नूं एक दिन एक दैंत आ गया पातशाह के सामने भयानक रूप धार के। कहने ओए तू किवें? कहंदा ये तां मेरा थे है। थे भाव जिथे पिंड उजड़िया होवे कोई पहला पहला पिंड वसदा सी पर उजाड़ता सी। कहंदा ये मेरा थां है, मेरा कब्जा इत्थे, तुसीं इत्थे किवें घर पाउण लग पे? बाबा जी कहंदे मैं मुल खरीदिया। कहो सतनाम श्री। तो मुल खरीदिया होगा पर मैं इत्थे नहीं किसी नूं वसन दिंदागा। पातशाह कहंदे तू चाहुंदा की है? कहंदा जां मेरी मुक्ति करो ते जां फिर इत्थों चले जाओ, मैं इत्थे रहना। फिर पातशाह जी ने उसकी मुक्ति भी की माखोवाल दैन दी, और फिर उत्थे नगर वसाया। उजड़ थे हो वसायो, उजड़े हुए थावां ते नगर वसाए आ गुरुआं ने। जिथे कोई वसाउण नहीं सी दिंदा उत्थे वसाए। जिवें गोइंदवाल साहब उत्थे भी भूत प्रेत वसदे सन, ते गोंदा नाम दा सेठ जिहड़ा सी उत्थे पिंड वसाउणा चाहुंदा सी, उहदी जमीन सी, पर ये वसाउण नहीं सी दिंदे। ते उत्थे धन धन श्री गुरु अमरदास महाराज जी नूं भेजिया दूजे पातशाह ने, जा पुरखा जा गोंदे दे नाल जिथे दी जमीन आ उत्थे पिंड वसाओ। तू ऐ कर साडी सोटी लै जा। ਜਿਹੜੀਆਂ ਭੂਤਾਂ ना वो ऐदा सोटी करदी साडी मूहरे, वो भज जाणगियां। कोई सतनाम श्री।
असल विच तां गुरु दे नाम दी शक्ति है। तां गुरु अमरदास जी ने नगर बसा के उसका नाम गोंदवाल रख दिता, उस गोंदे के नाम ते ही। इस तरह ही साडा शरीर भी उजाड़िया होया है। ये शराबां, ये नशे, ये पता नहीं की कुछ गंदमंद बंदा पा रहा ते उजड़ रहा है। तो गुरु पातशाह कहते मैं बलिहारे जाना, गुरु तो मेरा पिंड वसदा कर दिता है। हो वारी घुमा जामदा, एक साहा तुद ध्याएंदा क्यों, क्योंकि उजड़ थे हो वसायो। ये जिहड़ा मेरा अंतशकरण उजड़ गया सीगा, जिहड़ा मेरे अंदर नाम जपण की पावर सी, वो खत्म करती सी इन्हां लोकां ने। दोबारा गुरु ने वो पावर मैनू दे दी। मैं बलिहारे जाना, उजड़ थे हो वसायो, हों तुद विटों कुरबान जियो। हर इठै नित ध्याएंदा, मैं हुण हमेशा इठा हुंदा प्यारा। मैं अपने प्यारे वाहिगुरू नूं अत्यंत प्यारा, बहुत ज़्यादा प्यारा, अनिंद प्यारा। मैं अपने प्यारे नूं हमेशा सिमरदा हाँ, ध्याउंदा हाँ। मन चिंदी सो फल पाएंदा, ते जो मंगदा मैनू ओही दिंदा है। सबे काज सवारियन, लाहियन मन की भुख जियो। मेरे सारे कारज रस करते, मेरिया आशा तृष्णावां सब समा गईयां, लै कर दित्तियां, खत्म कर दित्तियां, भुखा ही लै गईयां। हुण कोई चीज़ मंगण की इच्छा ही पैदा नहीं हुंदी, सब कुछ ही मिल गया। कोई सतनाम श्री गुरु ने कृपा की। सबे काज सवारियन, लाहियन मन की भुख जियो। सारिया भुखा खत्म कर दित्तियां। मैं छड्डिया सबो धंधड़ा, मैं हुण होर कुछ करदा ही नहीं गा। कबीर साहब भी होर कुछ नहीं करते। ताणी वो तांता लैंदे आ, खड्डी जाके बह जाते हैं, पर ताणी दी नाल नहीं बगाउंदे, धागा नहीं बगाउंदे। उन्हां दी मां कहंदी, जबकि माला लई निपुत्ते तब ते सुख न भयो। सुनो दरानी सुनो जठानी है मुंडिया क्यों ना मुयो। जदों दी इस नपुत्ते ने माला फड़ी है ना, यह बहुत दुखी करता। सात सूह तिन मुंडिया खोए। मुंडिया साधुआं नूं भी कहंदे आ, ते मुंडिया मुंडे नूं भी कहंदे आ, बच्चे नूं, पुत्तर नूं, ते मुंडिया विकारां नूं भी कहंदे आ। जिहड़े अंदर विकार है, इन्हां विकारां ने साडे सत सूत, भाव दो अखां, दो कन, दो नासका, एक जीव, ये सत्ते जिहड़े सूत सीगे ये विंगे करते, खराब करते। कहूँ सतनाम। अध्यात्मक अर्थ भी है, पर जे वेखीए तो माता लोई लांभा दिंदी है। गवांढण कहनी कुड़े आ मेरा मुंडा बिगड़ गया। कहूँ सतनाम। बिगड़ियो कबीरा राम दुहाई, पारस कह संग तांबा बिगड़ियो। तांबा पारस नाल लग के बिगड़ गया, पारस की संगत करके। सो तांबा कंचन होए भयो, वो तांबा सियोना बन गया, बिगड़ के चंगा हो गया। कबीर होया तो चंगा, पर भाई माँ प्यो तो पैसे भालदा है ना, भी चार पैसे कमा के लियावे। इस रस्ते चलन वालियां नूं कई बारी लोग बिगड़े ही दसदे आ। कोई सतनाम श्री। पारस कह संग तांबा बिगड़ियो, सो तांबा कंचन होए निबरियो। संतन संग कबीरा बिगड़ियो, ये कबीर साधुआं की संगत करके बिगड़ गया। सो कबीर रामा होए निबड़ियो, वो कबीर रब बन गया। कहो सतनाम श्री। राम बन गया, रब बन गया। सो कबीर रामा होए निबड़ियो। इस करके गुरु पातशाह जी कहते हुण मैं उहदे नाल जुड़ गया हाँ, कृपा कीती आ। ध्यान दिओ, हर इठा नित ध्याएंदा। मैं छड्डिया सब वो धंधड़ा, हुण मैं होर कुछ नहीं करदा। गुसाई सेवी सचड़ा, बस मालक नूं सिमरना। नौ निद नाम निधान हर, हरि दा नौ निधियां 18 सिद्धियां दा खजाना हरि दा नाम।
मैं पल्ले बद्धा छिक जियो। छिक का मतलब की है भला? ऐसी गंढ मारनी कि पचका देनी, हुण कोई खोल ना सके इसनूं। को सतनाम श्री छिकदा हुंदा कस के दब के। मैं हरि दे नाम नूं अपने हिरदे विच गंढ दे लिया, ऐसी गंढ दित्ती आ हुण खुलदा नहीं ये। नौन दे नाम निधान हर मैं पल्ले बद्धा छिक जियो। इहदे नाल मेरे अंदर की बदलाव आया ये आपां कल नूं सरवण करांगे। ये विचारा इत्थे रोकदे आ। मैं सुखी हो सुख पाया, फिर तां बस गां दी गां चढ़दी कला ही हुंदी जा रही है सिख दी। बोलदे अनेका अखरवाद घाट हो जाते। सिख संगतां दे सतगुरु बख्शण जोग है, बख्श लेना जी। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु।